ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮੀਰ ਮਨੋ ਮੈਂ ਲਿਓ ਕਹਾਏ, ਮੀਰ ਮਨੂ ਤੇ ਲਿਓ ਕਹਾਏ। ਮੁਲਤਾਨ ਦੀ ਧਰਤੀ ਦੇ ਉੱਤੇ ਜ਼ਕਰੀਆ ਖਾਨ ਦੇ ਪੁੱਤਰ ਸ਼ਾਹ ਨਵਾਜ਼ ਨੇ ਬਗਾਵਤ ਕਰ ਦਿੱਤੀ। ਮੀਰ ਮਨੂ ਦੇ ਖਿਲਾਫ ਜੰਗ ਲੜਨ ਦਾ ਐਲਾਨ ਅਤੇ ਪੂਰੀ ਤਿਆਰੀ ਕਰ ਲਈ। ਇੱਧਰ ਲਾਹੌਰ ਦੀ ਫੌਜ ਅੰਮ੍ਰਿਤਸਰ ਸਾਹਿਬ ਦੇ ਕਿਲੇ ਦੇ ਵਿੱਚ ਰਾਮ ਰੌਣੀ ਦੇ ਕਿਲੇ ਨੂੰ ਘੇਰਾ ਪਾ ਕੇ ਮੋਰਚੇ ਲਾ ਕੇ ਬੈਠੀ ਹੋਈ ਹੈ। ਕਾਬਲ ਦੀ ਧਰਤੀ ਤੋਂ ਅਹਿਮਦ ਸ਼ਾਹ ਅਬਦਾਲੀ ਉਹ ਪੂਰੀ ਤਿਆਰੀ ਕਰਕੇ ਬੈਠਾ ਹੈ ਤਾਂ ਮੀਰ ਮਨੂ ਨੂੰ ਆਪਣੀ ਜਾਨ ਦੀ ਪੈ ਗਈ, ਆਪਣੇ ਰਾਜ ਦੀ ਪੈ ਗਈ, ਹੱਥਾਂ ਪੈਰਾਂ ਦੀ ਪੈ ਗਈ। ਫਿਕਰ ਪੈ ਗਿਆ ਕਿ ਜੇ ਇਹ ਤਿੰਨੇ ਧਿਰਾਂ ਨੇ ਮੇਰੇ ਤੇ ਹਮਲਾ ਕਰ ਦਿੱਤਾ ਤੇ ਮੇਰਾ ਰਹਿਣਾ ਕੱਖ ਨਹੀਂ, ਕਿਉਂਕਿ ਅਬਦਾਲੀ ਵੀ ਦੁਸ਼ਮਣ ਹੈ ਮੀਰ ਮਨੂ ਦਾ, ਸ਼ਾਹ ਨਵਾਜ਼ ਵੀ ਦੁਸ਼ਮਣ ਹੈ ਮੀਰ ਮਨੂ ਦਾ, ਤੇ ਸਿੱਖ ਵੀ ਮੀਰ ਮਨੂ ਦੇ ਦੁਸ਼ਮਣ ਹਨ। ਜਿਸ ਕਰਕੇ ਮੀਰ ਮਨੂ ਨੂੰ ਆਪਣੇ ਰਾਜ ਖੁਸਣ ਦੀ ਚਿੰਤਾ ਲੱਗ ਗਈ। ਮੀਰ ਮਨੂ ਨੇ ਅੰਮ੍ਰਿਤਸਰ ਦੀ ਧਰਤੀ ਤੋਂ ਫੌਜਾਂ ਦੇ ਮੋਰਚੇ ਉਠਵਾਏ, ਫੌਜ ਨੂੰ ਵਾਪਸ ਬੁਲਾਇਆ ਤੇ ਕੌੜਾ ਮੱਲ ਨਾਲ ਸਾਰੀ ਗੱਲਬਾਤ ਕੀਤੀ। ਕੌੜਾ ਮੱਲ ਜੀ ਨੇ ਬੜੀ ਸਿਆਣਪ ਦੇ ਨਾਲ ਸਾਰੀ ਗੱਲ ਦਾ ਨਤੀਜਾ ਕੱਢ ਕੇ ਦੱਸ ਦਿੱਤਾ, ਨਵਾਬ ਜੀ ਇੱਕੋ ਹੱਲ ਹੈ, ਜੇ ਸਿੱਖਾਂ ਨਾਲ ਹੱਥ ਮਿਲਾ ਲਿਆ ਜਾਵੇ ਤਾਂ ਸਾਡੀਆਂ ਸਾਰੀਆਂ ਮੁਸ਼ਕਲਾਂ ਆਪਣੇ ਆਪ ਹੱਲ ਹੋ ਜਾਣਗੀਆਂ। ਸਿੱਖਾਂ ਦੀ ਮਦਦ ਦੇ ਨਾਲ ਆਪਾਂ ਸ਼ਾਹ ਨਵਾਜ਼ ਦੁਸ਼ਮਣ ਨੂੰ ਵੀ ਮਾਰ ਲਵਾਂਗੇ, ਅਬਦਾਲੀ ਦਾ ਮੁਕਾਬਲਾ ਕਰਨ ਦੀ ਤਾਕਤ ਵੀ ਸਾਨੂੰ ਸਿੱਖਾਂ ਵੱਲੋਂ ਮਿਲ ਜਾਣੀ ਹੈ, ਅਤੇ ਸਿੱਖ ਵੀ ਸਾਡੇ ਜਦੋਂ ਸੰਧੀ ਹੋ ਗਈ, ਸਿੱਖਾਂ ਨੇ ਵੀ ਸਾਨੂੰ ਜਿਹੜਾ ਵਾ ਉਹ ਸਤਾਉਣਾ ਨਹੀਂ, ਮਾਰਨਾ ਨਹੀਂ। ਮੀਰ ਮਨੂ ਨੇ ਆਪਣੇ ਬਚਾਅ ਦੀ ਖਾਤਰ ਕੌੜਾ ਮੱਲ ਦੀ ਗੱਲ ਨੂੰ ਪ੍ਰਵਾਨ ਕੀਤਾ ਅਤੇ ਕੌੜਾ ਮੱਲ ਦੀ ਗੱਲ ਨੂੰ ਪ੍ਰਵਾਨ ਕਰਕੇ ਸਿੱਖਾਂ ਦੇ ਨਾਲ ਸੰਧੀ ਕਰਨ ਵਾਸਤੇ ਮੰਨ ਗਿਆ। ਮੀਰ ਮਨੂ ਤੇ ਲਿਓ ਕਹਾਏ। ਕੌੜਾ ਮੱਲ ਨੇ ਮੀਰ ਮਨੂ ਤੋਂ ਸਿੱਖਾਂ ਦੀ ਮਦਦ ਲੈਣ ਵਾਸਤੇ ਤੇ ਸਿੱਖਾਂ ਦੀਆਂ ਸ਼ਰਤਾਂ ਪੂਰੀਆਂ ਕਰਨ ਵਾਸਤੇ, ਸਿੱਖਾਂ ਨਾਲ ਸੰਧੀ ਕਰਨ ਵਾਸਤੇ ਸਾਰੀ ਗੱਲ ਮਨਵਾ ਲਈ, ਉਹਦੇ ਮੂੰਹ ਦੇ ਵਿੱਚੋਂ ਕਹਾ ਲਿਆ। ਮਨ ਸਿੰਘ ਲਏ ਚੜਾਏ, ਕੌੜਾ ਮੱਲ ਸਿੰਘ ਲਏ ਚੜਾਏ। ਕੌੜਾ ਮੱਲ ਫਿਰ ਲਾਹੌਰ ਤੋਂ ਆਇਆ ਹੈ ਅੰਮ੍ਰਿਤਸਰ ਦੀ ਧਰਤੀ ਦੇ ਸਿੱਖਾਂ ਦੇ ਕੋਲ। ਸਿੱਖਾਂ ਦਾ ਦਰਬਾਰ ਸਜਿਆ ਹੋਇਆ ਹੈ ਤੇ ਆ ਕੇ ਸਾਰੀ ਗੱਲ ਕਹਿੰਦਾ ਹੈ ਜੋ ਮੀਰ ਮਨੂ ਨੇ ਦੇ ਨਾਲ ਕਰਕੇ ਆਇਆ ਸੀ, ਤੇ ਆ ਕੇ ਕਹਿੰਦਾ ਖਾਲਸਾ ਜੀ ਮੀਰ ਮਨੂ ਤੁਹਾਡੇ ਨਾਲ ਸੰਧੀ ਕਰਨੀ ਚਾਹੁੰਦਾ ਹੈ, ਤੁਹਾਡੇ ਨਾਲ ਸੁਲ੍ਹਾ ਕਰਨੀ ਚਾਹੁੰਦਾ ਹੈ, ਤੁਹਾਡੇ ਨਾਲ ਵਿਗਾੜਨੀ ਨਹੀਂ ਚਾਹੁੰਦਾ, ਤੇ ਨਾਲ ਤੁਹਾਡੀ ਮਦਦ ਦੀ ਸਾਨੂੰ ਲੋੜ ਹੈ, ਕਿਉਂਕਿ ਮੁਲਤਾਨ ਤੋਂ ਸ਼ਾਹ ਨਵਾਜ਼ ਨੇ ਜ਼ਕਰੀਆ ਖਾਨ ਦੇ ਪੁੱਤਰ ਨੇ ਉਹ ਬਗਾਵਤ ਕਰ ਦਿੱਤੀ ਹੈ, ਜਿਸ ਕਰਕੇ ਮੀਰ ਮਨੂ ਨੂੰ ਰਾਜ ਖੁਸਣ ਦਾ ਡਰ ਹੈ। ਤੇ ਦੂਸਰਾ ਤੁਹਾਡਾ ਵੀ ਦੁਸ਼ਮਣ ਹੈ ਸ਼ਾਹ ਨਵਾਜ਼, ਕਿਉਂਕਿ ਉਹਨਾਂ ਨੇ ਪਰਿਵਾਰ ਨੇ ਵੀ ਤੁਹਾਡੇ ਨਾਲ ਬਹੁਤ ਜ਼ਿਆਦੀਆਂ ਵਧੀਕੀਆਂ ਕੀਤੀਆਂ। ਜ਼ਹੀਆ ਖਾਨ ਨੇ ਹੁਣੇ ਤੁਹਾਡੇ ਤੇ ਤਸ਼ੱਦਦ ਕੀਤਾ ਹੈ, 10,000 ਦੇ ਕਰੀਬ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਹੈ, ਤੇ ਇਸ ਤੋਂ ਵਧੀਆ ਮੌਕਾ ਤੁਹਾਨੂੰ ਵੀ ਨਹੀਂ ਮਿਲਣਾ ਆਪਣਾ ਬਦਲਾ ਲੈਣ ਦਾ। ਤੁਸੀਂ ਸ਼ਾਹ ਨਵਾਜ਼ ਦੇ ਕੋਲੋਂ ਆਪਣਾ ਬਦਲਾ ਲੈ ਸਕਦੇ ਜੇ। ਸਿੱਖਾਂ ਨੇ ਸਾਰੀ ਗੱਲ ਨੂੰ ਸੁਣਿਆ ਤੇ ਸਿੱਖਾਂ ਨੇ ਸਲਾਹ ਕਰਨ ਤੋਂ ਬਾਅਦ ਫਿਰ ਇਹ ਫੈਸਲਾ ਕੀਤਾ ਕਿ ਅਸੀਂ ਮੀਰ ਮਨੂ ਦੇ ਨਾਲ ਉਹ ਸੁਲ੍ਹਾ ਕਰਨ ਵਾਸਤੇ ਤਿਆਰ ਹਾਂ। ਤੇ ਕੌੜਾ ਮੱਲ ਜੀ ਮਦਦ ਅਸੀਂ ਜ਼ਰੂਰ ਕਰਾਂਗੇ ਤੁਹਾਡੀ, ਪਰ ਮੂੰਹ ਤੇਰੇ ਨੂੰ ਕੀਤੀ ਜਾਊਗੀ, ਮੀਰ ਮਨੂ ਦੇ ਮੂੰਹ ਨੂੰ ਅਸੀਂ ਮਦਦ ਨਹੀਂ ਕਰ ਰਹੇ, ਕਿਉਂਕਿ ਤੂੰ ਸਾਡੀ ਮਦਦ ਕਰਦਾ ਰਿਹਾ ਵਾ, ਸਾਨੂੰ ਤੂੰ ਜਿਹੜਾ ਦਿਲੋਂ ਪਿਆਰ ਕਰਦਾ, ਸਾਡਾ ਹਮਾਇਤੀ ਆ, ਤੇ ਅਸੀਂ ਜਿਹੜਾ ਵਾ ਤੂੰ ਸਾਡੀ ਸ਼ਰਨ ਵਿੱਚ ਆਇਆ ਵਾ, ਤੈਨੂੰ ਖਾਲੀ ਨਹੀਂ ਮੋੜ ਸਕਦੇ। ਤੇਰੇ ਮੂੰਹ ਨੂੰ ਅਸੀਂ ਜਿਹੜੀ ਉਹ ਸੰਧੀ ਕਰਦੇ ਹਾਂ, ਮਦਦ ਕਰਨ ਨੂੰ ਤਿਆਰ ਹਾਂ, ਪਰ ਉਹਦੇ ਵਾਸਤੇ ਸਾਡੀਆਂ ਕੁਝ ਸ਼ਰਤਾਂ ਹਨ। ਸਾਡੀਆਂ ਸ਼ਰਤਾਂ ਜਿਹੜੀਆਂ ਉਹ ਸਰਕਾਰ ਮੰਨ ਲਵੇ, ਮੀਰ ਮਨੂ ਮੰਨ ਲਵੇ,
ਸਾਨੂੰ ਉਹ ਸਾਡੇ ਹੱਕ ਮਿਲ ਜਾਣ, ਉਸ ਤੋਂ ਬਾਅਦ ਅਸੀਂ ਤੁਹਾਡੀ ਮਦਦ ਕਰਾਂਗੇ। ਤੇ ਜੇ ਸਾਡੀਆਂ ਸ਼ਰਤਾਂ ਸਾਨੂੰ ਜਿਹੜੇ ਸਾਡੇ ਹੱਕ ਨਾ ਮਿਲੇ ਤਾਂ ਫਿਰ ਭੁੱਲ ਜਾਵੋਗੇ, ਅਸੀਂ ਤੁਹਾਡੀ ਮਦਦ ਕਰਾਂਗੇ। ਕਿਉਂਕਿ ਜੇ ਦੇ ਪਿਆਰ ਦੇ ਨਾਲ ਤੁਸੀਂ ਸਾਨੂੰ ਹੱਕ ਦੇ ਦੇਵੋਗੇ ਤਾਂ ਫਿਰ ਤੇ ਠੀਕ ਹੈ, ਵਰਨਾ ਤੁਹਾਨੂੰ ਤੇ ਕੌੜਾ ਮੱਲ ਜੀ ਪਤਾ ਹੀ ਹੈ ਕਿ ਅਸੀਂ ਹੱਕ ਕਿਸ ਤਰੀਕੇ ਨਾਲ ਫਿਰ ਲੈਂਦੇ ਹਾਂ। ਕੌੜਾ ਮੱਲ ਨੇ ਕਿਹਾ ਨਹੀਂ, ਮੇਰ ਮਨੂ ਤੁਹਾਡੀ ਹਰੇਕ ਸ਼ਰਤ ਮੰਨਣ ਵਾਸਤੇ ਤਿਆਰ ਹੈ, ਤੁਹਾਨੂੰ ਹਰੇਕ ਤੁਹਾਡੀ ਜਿਹੜੀ ਮੰਗ ਹੈ ਉਹ ਪੂਰੀ ਕੀਤੀ ਜਾਵੇਗੀ। ਤੇ ਇਸ ਸ਼ਰਤ ਇਹਨਾਂ ਗੱਲਾਂ ਦੇ ਉੱਤੇ ਭਾਈ ਰਤਨ ਸਿੰਘ ਜੀ ਕਿਹੜੇ ਸਿੱਖਾਂ ਨੇ ਕੌੜਾ ਮੱਲ ਦੀ ਮਦਦ ਕਰਨ ਵਾਸਤੇ ਉਹ ਹਾਂ ਕਰ ਦਿੱਤੀ। ਕੌੜਾ ਮੱਲ ਸਿੰਘ ਲਏ ਚੜਾਏ, ਕੌੜਾ ਮੱਲ ਨੇ ਆਪਣੀ ਮਦਦ ਵਾਸਤੇ ਸਿੱਖਾਂ ਨੂੰ ਚੜਾ ਲਿਆਂਦਾ, ਮਦਦ ਵਾਸਤੇ ਲੈ ਆਂਦਾ। ਜੋ ਪੱਟੀ ਸੰਗ ਲਹਿ ਰਲਾਈ, ਮਾਝੋ ਪੱਟੀ ਸੰਗ ਲਹਿ ਰਲਾਈ। ਤੇ ਉਹ ਜਿਹੜੀਆਂ ਸ਼ਰਤਾਂ ਰੱਖੀਆਂ ਉਹਦੇ ਵਿੱਚ ਫਿਰ ਆਹ ਸ਼ਰਤਾਂ ਜਿਹੜੀਆਂ ਭਾਈ ਰਤਨ ਸਿੰਘ ਜੀ ਦੱਸਦੇ ਹਨ ਕਿ ਸਿੱਖਾਂ ਨੇ ਆਹ ਜਿਹੜੀਆਂ ਮੰਗਾਂ ਰੱਖੀਆਂ, ਆਹ ਸਾਨੂੰ ਜਿਹੜੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ। ਭਾਈ ਰਤਨ ਸਿੰਘ ਜੀ ਕਹਿੰਦੇ ਮਾਝੋ ਪੱਟੀ ਸੰਗ ਲਹਿ ਰਲਾਈ। ਸਭ ਤੋਂ ਪਹਿਲਾਂ ਮਾਝੇ ਵਿੱਚ ਪੱਟੀ ਸ਼ਹਿਰ ਦੇ ਇਲਾਕੇ ਜਿੰਨਾ ਵੀ ਜਿਹੜਾ ਇਲਾਕਾ ਆਉਂਦਾ ਹੈ ਪੱਟੀ ਦਾ, ਤੇ ਉਹਦੇ ਘੇਰੇ ਘੇਰੇ ਜਿੰਨੇ ਪਿੰਡ ਜੁੜਦੇ ਹਨ, ਉਹ ਸਾਰੇ ਪਿੰਡ ਜਿਹੜੇ ਖਾਲਸੇ ਦੇ ਨਾਂ ਕੀਤੇ ਜਾਣ, ਇਹ ਜਿਹੜਾ ਖਾਲਸੇ ਨੂੰ ਦਿੱਤੇ ਜਾਣ। ਆਦਿ ਸਿੰਘਨ ਲਿਖ ਦਵਾਈ, ਆਦਿ ਸਿੰਘਨ ਲਿਖ ਦਵਾਈ। ਅਤੇ ਇਹ ਪੱਟੀ ਦਾ ਇਲਾਕਾ ਲਿਖ ਕੇ ਦੇ ਦਿੱਤਾ ਜਾਵੇ। ਅਤੇ ਇਸ ਤੋਂ ਇਲਾਵਾ ਇਸ ਪੱਟੀ ਇਲਾਕੇ ਦੇ ਵਿੱਚ ਜਿਹੜਾ ਵਾ ਸਰਕਾਰ ਦੀ ਕਿਸੇ ਪ੍ਰਕਾਰ ਦੀ ਦਖਲਅੰਦਾਜ਼ੀ ਨਹੀਂ ਚਾਹੀਦੀ। ਇਥੋਂ ਦਾ ਜਿੰਨਾ ਵੀ ਟੈਕਸ ਹੋਵੇਗਾ, ਜਿੰਨਾ ਵੀ ਮਾਮਲਾ ਉਗਰਾਉਣ ਵਾਲਾ ਹੋਵੇਗਾ, ਉਹ ਅਸੀਂ ਆਪਣੇ ਤਰੀਕੇ ਨਾਲ ਉਗਰਾਵਾਂਗੇ ਤੇ ਆਪਣੇ ਤਰੀਕੇ ਦੇ ਨਾਲ ਹੀ ਉਹਨੂੰ ਅਸੀਂ ਵਰਤਾਂਗੇ। ਇਹਦੇ ਵਿੱਚ ਸਰਕਾਰ ਨੂੰ ਜਿਹੜਾ ਕਿਸੇ ਪ੍ਰਕਾਰ ਦਾ ਜਿਹੜਾ ਵਾ ਦਖਲਅੰਦਾਜ਼ੀ ਕਰਨ ਵਾਸਤੇ ਕੋਈ ਵੀ ਸਰਕਾਰ ਦਾ ਬੰਦਾ, ਸਿਪਾਹੀ, ਫੌਜੀ ਜਿਹੜਾ ਵਾ ਉਹ ਤੁਹਾਡਾ ਇਧਰਲੇ ਬੰਨੇ ਨਹੀਂ ਚਾਹੀਦਾ। ਇਹ ਇਲਾਕਾ ਸਾਡਾ ਹੋਵੇਗਾ ਅਤੇ ਅਸੀਂ ਆਪਣੇ ਢੰਗ ਤਰੀਕੇ ਨਾਲ ਇਥੋਂ ਦਾ ਪ੍ਰਬੰਧ ਚਲਾਵਾਂਗੇ। 12 ਪਿੰਡ ਜੋ ਗੁਰਚੱਕ ਵਾਲੇ, 12 ਪਿੰਡ ਜੋ ਗੁਰਚੱਕ ਵਾਲੇ। ਤੇ ਇਸ ਤੋਂ ਇਲਾਵਾ ਜਿਹੜੇ ਜ਼ਕਰੀਆ ਖਾਨ ਨੇ 1733 ਈਸਵੀ ਵਿੱਚ ਨਵਾਬੀ ਦੇ ਨਾਲ ਖਿਲਤ ਜਗੀਰ ਭੇਜੀ ਸੀ 12 ਪਿੰਡਾਂ ਦੇ ਗੁਰੂ ਕੇ ਚੱਕ ਦੇ ਨਾਮ ਤੇ। ਉਹ ਜਿਹੜੇ 12 ਪਿੰਡ ਸਾਨੂੰ ਦਿੱਤੇ ਜਾਣ ਪਏ, ਸਾਨੂੰ ਇਹ ਵੀ 12 ਪਿੰਡ ਜਿਹੜੇ ਹਨ ਸਾਡੇ ਨਾਮ ਕਰ ਦਿੱਤੇ ਜਾਣ। ਲਿਖਾਏ ਦੀਏ ਰਾਮ ਰੌਣੀ ਨਾਲੇ, ਲਿਖਾਏ ਦੀਏ ਰਾਮ ਰੌਣੀ ਨਾਲੇ। ਇਹ ਸਾਰੇ ਦੇ ਸਾਰੇ 12 ਪਿੰਡ ਭਾਈ ਰਤਨ ਸਿੰਘ ਜੀ ਕਹਿੰਦੇ ਹਨ ਰਾਮ ਰੌਣੀ ਕਿਲੇ ਦੇ ਨਾਮ ਤੇ ਲਿਖਾ ਕੇ ਸਿੱਖਾਂ ਨੇ ਮੇਰ ਮੰਨੂ ਕੋਲੋਂ ਲੈ ਲਏ। ਰਾਮ ਰੌਣੀ ਰਾਮਗੜ ਭਇਓ, ਉਸ ਦਿਨ ਤੇ ਮਸ਼ਹੂਰ। ਰਾਮ ਰੌਣੀ ਰਾਮਗੜ ਭਇਓ, ਉਸ ਦਿਨ ਤੇ ਮਸ਼ਹੂਰ। ਇਸ ਰਾਮ ਰੌਣੀ ਦਾ ਨਾਮ ਬਦਲ ਕੇ ਰਾਮਗੜ ਰੱਖ ਦਿੱਤਾ, ਰਾਮਗੜ ਕਿਲਾ ਰੱਖ ਦਿੱਤਾ। ਅਤੇ ਇਹ ਨਾਮ ਜਿਹੜਾ ਵਾ ਖਾਲਸੇ ਦੇ ਵਿੱਚ ਮਸ਼ਹੂਰ ਹੋ ਗਿਆ। ਠੇਕੇ ਰਾਮ ਗੜੀਏ ਭਏ, ਬੜੇ ਸੋ ਵਕਤ ਜ਼ਰੂਰ। ਠੇਕੇ ਰਾਮ ਗੜੀਏ ਭਏ, ਬੜੇ ਸੋ ਵਕਤ ਜ਼ਰੂਰ। ਤੇ ਇਸ ਕਿਲੇ ਦੀ ਜ਼ਿੰਮੇਵਾਰੀ ਫਿਰ ਜੱਸਾ ਸਿੰਘ ਰਾਮ ਗੜੀਏ ਨੂੰ ਹੀ ਦਿੱਤੀ ਗਈ ਹੈ। ਤੇ ਰਾਮ ਗੜੀਏ ਨੂੰ ਜ਼ਿੰਮੇਵਾਰੀ ਦੇ ਕੇ ਉਹਨੂੰ ਇਹ ਕਿਹਾ ਗਿਆ ਕਿ ਇਸ ਕਿਲੇ ਨੂੰ ਤੂੰ ਹੁਣ ਚੰਗੇ ਤਰੀਕੇ ਨਾਲ ਪੱਕਾ ਕਰਾਉਣਾ ਹੈ, ਕਿਉਂਕਿ ਪਹਿਲਾ ਕਿਲਾ ਕੱਚਾ ਸੀ। ਪੱਕਾ ਕਰਾਉਣ ਵਾਸਤੇ ਸਾਰੀ ਜ਼ਿੰਮੇਵਾਰੀ ਖਾਲਸੇ ਨੇ ਜੱਸਾ ਸਿੰਘ ਰਾਮ ਗੜੀਏ ਨੂੰ ਦੇ ਦਿੱਤੀ। ਸਿੰਘ ਨੇ ਜੋ ਸੁਣੀ ਬਿਰਦਨ ਲੋਕਨ ਪਾਸ, ਰਤਨ ਸਿੰਘ ਨੇ ਜੋ ਸੁਣੀ ਬਿਰਦਨ ਲੋਕਨ ਪਾਸ। ਬਿਰਦਨ ਤੋਂ ਭਾਵ ਕਿ ਵੱਡੇ ਵਡੇਰਿਆਂ ਦੇ ਕੋਲੋਂ। ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਜਿਵੇਂ ਵੱਡੇ ਵਡੇਰਿਆਂ ਕੋ ਸੁਣੀ ਹੈ ਉਸੇ ਤਰੀਕੇ ਦੇ ਨਾਲ ਮੈਂ ਇੱਥੇ ਲਿਖ ਦਿੱਤੀ ਹੈ। ਆਗੇ ਸੋ ਸੁਨਾਏ ਹੈ ਖਾਨੂ ਕੋ ਸੁਤ ਨਾਸ, ਆਗੇ ਸੋ ਸੁਨਾਏ ਹੈ ਖਾਨੂ ਕੋ ਸੁਤ ਨਾਸ। ਭਾਈ ਰਤਨ ਸਿੰਘ ਜੀ ਕਹਿੰਦੇ ਅਗਲਾ ਪ੍ਰਸੰਗ ਮੈਂ ਹੁਣ ਹੋਰ ਸੁਣਾਉਣਾ ਹਾਂ ਤੁਹਾਨੂੰ। ਤੇ ਕਿਵੇਂ ਜਿਹੜਾ ਜ਼ਕਰੀਆ ਖਾਨ ਦੇ ਪੁੱਤਰ ਦਾ ਸ਼ਾਹ ਨਵਾਜ਼ ਦਾ ਨਾਸ਼ ਹੁੰਦਾ ਹੈ, ਕਿਵੇਂ ਜਿਹੜਾ ਖਾਲਸਾ ਇਸ ਸ਼ਾਹ ਨਵਾਜ਼ ਨੂੰ ਸੋਧਾ ਲਾਉਂਦਾ ਹੈ, ਉਹ ਪ੍ਰਸੰਗ ਮੈਂ ਹੁਣ ਤੁਹਾਨੂੰ ਸੁਣਾ ਦਿੰਦਾ ਹਾਂ। ਰਾਮ ਰੌਣੀ ਸਿੰਘ ਲੜੇ 5 ਵਰ 18 ਸਾਲ, ਇਮ ਰਾਮ ਰੌਣੀ ਸਿੰਘ ਲੜੇ 5 ਪਰ 18 ਸਾਲ।
ਸੰਮਤ 1508 1805 ਵਿੱਚ ਬਿਕਰਮੀ ਵਿੱਚ ਇਹ ਸਿੱਖਾਂ ਨੇ ਰਾਮ ਰੌਣੀ ਦਾ ਜੰਗ ਲੜਿਆ, ਜੋ ਕਿ ਮੀਰ ਮਨੂੰ ਦੇ ਵੱਲੋਂ ਅਦੀਨਾ ਬੇਗ ਦੀ ਅਗਵਾਈ ਵਿੱਚ ਫੌਜ ਆਈ। ਇਹ ਜੰਗ ਸਿੱਖਾਂ ਨੇ ਲੜਿਆ, ਜਿਸ ਵਿੱਚ 200 ਦੇ ਕਰੀਬ ਸਿੱਖ ਸ਼ਹੀਦ ਹੋਏ ਅਤੇ 300 ਸਿੱਖ ਜਿਹੜੇ ਹਨ ਕਿਲੇ ਵਿੱਚ ਉਹ ਰਹੇ। ਪਰ ਬਾਅਦ ਵਿੱਚ ਜਦੋਂ ਜੱਸਾ ਸਿੰਘ ਨਾਲ ਵਿੱਚ ਅੰਦਰ ਰਲ ਗਿਆ ਤੇ ਸਿੱਖਾਂ ਦੇ ਹੌਸਲੇ ਵਧਣ ਦੇ ਨਾਲ ਇਹ ਜੰਗ ਸਿੱਖਾਂ ਨੇ 1748 ਈਸਵੀ ਨੂੰ ਜਿੱਤ ਲਿਆ। ਸੰਮਤ 1805 ਤੇ ਈਸਵੀ 1748 ਨੂੰ ਫਤਿਹ ਪਾ ਲਈ। ਸ਼ਾਨ ਵਾਜਿਮ ਆਮੁਆ ਸੋ ਆਗੇ ਸੁਨੋ ਹਵਾਲ। ਸ਼ਾਨ ਵਾਜਿਮ ਆਮੁਆ ਸੋ ਆਗੇ ਸੁਨੋ ਹਵਾਲ। ਜਿਵੇਂ ਸ਼ਾਹਨਵਾਜ਼ ਨੂੰ ਮਾਰਿਆ ਗਿਆ, ਸੋਧਾ ਲਾਇਆ ਗਿਆ, ਖਤਮ ਕੀਤਾ ਗਿਆ, ਉਹ ਜਿਹੜਾ ਅਗਲਾ ਹਵਾਲ, ਅਗਲਾ ਪ੍ਰਸੰਗ ਖਾਲਸਾ ਜੀ ਸੁਣ ਲਵੋ। ਕਿਸ਼ਕ ਸਿੰਘ ਸਾਥੀ ਹੋਏ ਸਿੰਘ ਕੌੜਾ ਮਲ ਜਾਨ। ਕਿਸ਼ਕ ਸਿੰਘ ਸਾਥੀ ਹੋਏ ਸਿੰਘ ਕੌੜਾ ਮਲ ਜਾਨ। ਭਾਈ ਰਤਨ ਸਿੰਘ ਜੀ ਕਹਿੰਦੇ ਜਦੋਂ ਕੌੜਾ ਮਲ ਸਿੱਖਾਂ ਦੀ ਮਦਦ ਲੈਣ ਵਾਸਤੇ ਆਇਆ ਤੇ ਸਿੱਖਾਂ ਨੇ ਮਦਦ ਕਰਨ ਵਾਸਤੇ ਹਾਂ ਕੀਤੀ ਤੇ ਸਾਰੇ ਸਿੱਖ ਨਹੀਂ ਗਏ ਮਦਦ ਕਰਨ ਵਾਸਤੇ। ਸਿਰਫ ਜੱਸਾ ਸਿੰਘ ਰਾਮਗੜੀਆ ਦਾ ਜਥਾ ਹੀ ਮਦਦ ਕਰਨ ਵਾਸਤੇ ਗਿਆ ਹੈ ਕਿ ਤੁਸੀਂ ਜਿਹੜਾ ਵਾ ਇਹਦੀ ਮਦਦ ਕਰਕੇ ਸ਼ਾਹਨਵਾਜ਼ ਨੂੰ ਸੋਧਾ ਲਾ ਕੇ ਤੇ ਮੁਲਤਾਨ ਦੇ ਵਿੱਚ ਫਤਿਹ ਪਾ ਕੇ ਵਾਪਸ ਆਉਣਾ ਹੈ। ਜੜਿਓ ਸ਼ਾਹਨਵਾਜ਼ ਪਰ ਸਿੰਘਨ ਕੋ ਰਖਤਾਨ। ਜੜਿਓ ਸ਼ਾਹਨਵਾਜ਼ ਪਰ ਸਿੰਘਨ ਕੋ ਰਖਤਾਨ। ਭਾਈ ਰਤਨ ਸਿੰਘ ਜੀ ਕਹਿੰਦੇ ਇਧਰੋਂ ਲਾਹੌਰ ਦੀ ਫੌਜ ਕੌੜਾ ਮੱਲ ਦੀ ਅਗਵਾਈ ਵਿੱਚ ਸ਼ਾਹਨਵਾਜ਼ ਨੂੰ ਮਾਰਨ ਵਾਸਤੇ ਤੁਰਦੀ ਹੈ ਤੇ ਕੌੜਾ ਮੱਲ ਨੂੰ ਸਿੱਖਾਂ ਦੀ ਤਾਕਤ ਤੇ ਮਾਣ ਹੈ ਕਿ ਜਿੰਨਾ ਚਿਰ ਸਿੱਖ ਮੇਰੇ ਨਾਲ ਹਨ, ਸਿੱਖਾਂ ਦੀ ਮਦਦ ਮੇਰੇ ਨਾਲ ਹੈ, ਉਹਨਾਂ ਚਿਰ ਤੱਕ ਮੈਂ ਇਹ ਜੰਗ ਨਹੀਂ ਹਾਰਾਂਗਾ। ਸਿੱਖਾਂ ਦੀ ਮਦਦ ਨਾਲ ਇਹ ਜੰਗ ਮੈਂ ਜ਼ਰੂਰ ਜਿੱਤਾਂਗਾ। ਭਾਈ ਰਤਨ ਸਿੰਘ ਜੀ ਕਹਿੰਦੇ ਜਦੋਂ ਖਾਲਸਾ ਜੱਸਾ ਸਿੰਘ ਆਹਲੂਵਾਲੀਆ ਇਹ ਜ਼ਿੰਮੇਵਾਰੀ ਦਿੰਦਾ ਜੱਸਾ ਸਿੰਘ ਰਾਮਗੜੀਆ ਨੂੰ ਤੁਸੀਂ ਮਦਦ ਕਰਨੀ ਹੈ ਤੇ ਨਾਲ ਉੱਥੇ ਕੁਝ ਗੱਲਾਂ ਦੀਆਂ ਹਦਾਇਤਾਂ ਵੀ ਕੀਤੀਆਂ ਗਿਆ। ਖਾਲਸਾ ਜੀ ਤੁਹਾਨੂੰ ਮਦਦ ਕਰਨ ਵਾਸਤੇ ਸਿਰਫ ਕੌੜਾ ਮੱਲ ਦੇ ਮੂੰਹ ਨੂੰ ਚੱਲੇ ਜੇ ਤੁਸੀਂ ਕੌੜਾ ਮੱਲ ਦੀ ਮਦਦ ਕਰਨ ਵਾਸਤੇ ਜਾਣਾ ਹੈ। ਪਰ ਇੱਕ ਗੱਲ ਦਾ ਧਿਆਨ ਰੱਖਿਓ, ਸਾਹਮਣੇ ਵੀ ਤੁਰਕ ਹਨ ਤੇ ਜਿਹੜੇ ਕੌੜਾ ਮੱਲ ਦੇ ਨਾਲ ਸਿਪਾਹੀ ਜਾਣੇ, ਫੌਜ ਜਾਣੀ, ਉਹ ਵੀ ਤੁਰਕ ਹਨ। ਇਹਨਾਂ ਦਾ ਭਰੋਸਾ ਨਾ ਕਰਿਓ, ਹੋ ਸਕਦਾ ਹੈ ਕਿ ਉੱਥੇ ਜਾ ਕੇ ਇਹ ਦੋਵੇਂ ਧਿਰਾਂ ਇੱਕ ਹੋ ਜਾਣ ਅਤੇ ਤੁਹਾਨੂੰ ਹੀ ਮਾਰਨ ਵਾਸਤੇ ਇਹ ਜਿਹੜਾ ਸਲਾਹ ਕਰ ਲੈਣ। ਇਸ ਗੱਲ ਦਾ ਜ਼ਰੂਰ ਤੁਸੀਂ ਖਿਆਲ ਰੱਖਣਾ। ਜਦੋਂ ਤੁਹਾਨੂੰ ਮੌਕਾ ਮਿਲੇ ਜਾਂ ਏਦਾਂ ਲੱਗੇ ਕਿ ਇਹ ਦੋਵੇਂ ਧਿਰਾਂ ਹੁਣ ਆਪਸ ਵਿੱਚ ਰਲ ਗਈਆਂ, ਸਾਨੂੰ ਮਾਰਨ ਵਾਸਤੇ ਇਹਨਾਂ ਨੇ ਘੇਰਾ ਪਾ ਲਿਆ, ਸਲਾਹ ਕਰ ਲਈ ਹੈ, ਤਾਂ ਤੁਸੀਂ ਮੈਦਾਨ ਛੱਡ ਕੇ ਭੱਜਣਾ ਨਹੀਂ। ਤੁਸੀਂ ਜਦੋਂ ਮੈਦਾਨ ਦੇ ਵਿੱਚ ਜੋੜਦਿਆਂ ਹੋਇਆ ਦੋਵਾਂ ਧਿਰਾਂ ਨੂੰ ਜਾਂ ਮਾਰ ਦੇਣਾ ਹੈ ਤੇ ਜਾਂ ਮਰ ਜਾਣਾ ਹੈ। ਇਸ ਗੱਲ ਦਾ ਜਿਹੜਾ ਜ਼ਰੂਰ ਖਿਆਲ ਰੱਖਣਾ। ਇਹ ਜਿਹੜੀ ਹਦਾਇਤ ਖਾਲਸੇ ਵੱਲੋਂ ਜੱਸਾ ਸਿੰਘ ਰਾਮਗੜੀਏ ਨੂੰ ਕੀਤੀ ਗਈ ਤੇ ਜੱਸਾ ਸਿੰਘ ਰਾਮਗੜੀਆ ਆਪਣਾ ਜਥਾ ਲੈ ਕੇ ਉਧਰੋਂ ਕੌੜਾ ਮੱਲ ਦੀ ਗਵਾਹੀ ਵਿੱਚ ਫੌਜ ਲਾਹੌਰ ਤੋਂ ਤੁਰਦੀ ਹੈ ਤੇ ਦੋਵੇਂ ਧਿਰਾਂ ਜਿਹੜੀਆਂ ਹਨ ਉਹ ਮੁਲਤਾਨ ਦੇ ਵੱਲ ਨੂੰ ਸ਼ਾਹਨਵਾਜ਼ ਦਾ ਸਾਹਮਣਾ ਕਰਨ ਵਾਸਤੇ ਫੌਜਾਂ ਨਿਕਲਦੀਆਂ ਹਨ। ਜਹਾਂ ਖਾਲਸੋ ਦੀਵਾਨ ਸਜਾਵੇ। ਜਹਾਂ ਖਾਲਸੋ ਦੀਵਾਨ ਸਜਾਵੇ। ਭਾਈ ਰਤਨ ਸਿੰਘ ਜੀ ਕੌੜਾ ਮੱਲ ਜੀ ਦੇ ਸ਼ਖਸੀਅਤ ਬਾਰੇ, ਉਹਨਾਂ ਦੇ ਜੀਵਨ ਬਾਰੇ ਥੋੜੀ ਜਿਹੀ ਝਾਤੀ ਮਾਰ ਕੇ ਦੱਸਦੇ ਹਨ। ਕਹਿੰਦੇ ਜਿੱਥੇ ਖਾਲਸਾ ਦੀਵਾਨ ਸਜਾਉਂਦਾ ਸੀ, ਭਾਵੇਂ ਉਹ ਜੰਗਲ ਹੋਵੇ, ਭਾਵੇਂ ਉਹ ਬੇਲੇ ਹੋਣ, ਭਾਵੇਂ ਉਹ ਰੇਤਲਾ ਮੈਦਾਨ ਹੋਵੇ ਤੇ ਭਾਵੇਂ ਸ੍ਰੀ ਅਕਾਲ ਤਖਤ ਸਾਹਿਬ ਦਾ ਸਥਾਨ ਹੋਵੇ, ਜਿੱਥੇ ਵੀ ਸਿੱਖ ਜਿਹੜਾ ਦੀਵਾਨ ਸਜਾਉਂਦੇ ਸਨ, ਕੌੜਾ ਮੱਲ ਪ੍ਰਤਿ ਆਵੇ। ਕੌੜਾ ਮੱਲ ਜੀ ਇਸ ਦੀਵਾਨ ਵਿੱਚ ਸ਼ਮੂਲੀਅਤ ਜ਼ਰੂਰ ਕਰਦਾ ਹੈ। ਜਦੋਂ ਉਹਨੂੰ ਮੌਕਾ ਮਿਲਦਾ ਹੈ ਤੇ ਜਿੱਥੇ ਵੀ ਪਤਾ ਲੱਗਦਾ ਖਾਲਸੇ ਨੇ ਦਰਬਾਰ ਸਜਾਇਆ ਹੈ, ਕਿਉਂਕਿ ਅੰਦਰੋਂ ਸਿੱਖਾਂ ਦਾ ਹਮਾਇਤੀ ਹੈ, ਅੰਦਰੋਂ ਸਿੱਖੀ ਨੂੰ ਪਿਆਰ ਕਰਦਾ ਹੈ, ਜਿਸ ਕਰਕੇ ਸਿੱਖਾਂ ਦੇ ਦੀਵਾਨ ਵਿੱਚ ਜਾ ਕੇ ਇਹ ਸ਼ਮੂਲੀਅਤ ਜ਼ਰੂਰ ਕਰਦਾ ਹੈ। ਰਹਿਰਾਸ ਸੁਨੇ ਔਰ ਸੁਨੇ ਅਰਦਾਸ, ਕਿਉਂਕਿ ਜ਼ਿਆਦਾਤਰ ਇਹ ਸ਼ਾਮ ਨੂੰ ਹੀ ਦਰਬਾਰ ਦੇ ਵਿੱਚ ਆਉਂਦਾ ਹੈ, ਕਿਉਂਕਿ ਆਪਣੀ ਡਿਊਟੀ ਤੋਂ ਫ੍ਰੀ ਹੋ ਕੇ ਇਹਨੂੰ ਜ਼ਿਆਦਾ ਮੌਕਾ ਮਿਲਦਾ ਸੀ, ਜਿਸ ਕਰਕੇ ਸ਼ਾਮ ਨੂੰ ਇਹਨੇ ਦਰਬਾਰ ਵਿੱਚ ਜਾਣਾ ਤੇ
ਤੇ ਸਿੱਖਾਂ ਦਾ ਨੇਮ ਸੀ ਕਿ ਸ਼ਾਮ ਨੂੰ ਵੀ ਜਿਹੜਾ ਦੀਵਾਨ ਸਜਾਉਂਦਿਆਂ ਹੋਇਆ ਸੋਦਰ ਦਾ ਪਾਠ ਕਰਨਾ, ਉਪਰੰਤ ਅਰਦਾਸ ਕਰਨੀ, ਕਿਉਂਕਿ ਇਹ ਜਿਹੜਾ ਨੇਮ ਸਿੱਖਾਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਦਿੱਤਾ ਹੋਇਆ ਹੈ, ਜਿਹਦੀ ਅਗਵਾਈ ਭਾਈ ਗੁਰਦਾਸ ਨੇ ਭਰਦੇ ਸੋ ਦਰ ਆਰਤੀ ਗਾਵੀ ਹੈ, ਅੰਮ੍ਰਿਤ ਵੇਲੇ ਜਾਪ ਉਚਾਰਾ। ਕਿਉਂਕਿ ਜਿਸ ਵਕਤ ਗੁਰੂ ਨਾਨਕ ਪਾਤਸ਼ਾਹ ਜੀ ਉਦਾਸੀਆਂ ਕਰਨ ਤੋਂ ਬਾਅਦ ਕਰਤਾਰਪੁਰ, ਜੋ ਕਿ ਅੱਜ ਕੱਲ ਪਾਕਿਸਤਾਨ ਵਿੱਚ ਹੈ, ਉਸ ਸਥਾਨ ਤੇ ਸਿੱਖੀ ਦਾ ਪ੍ਰਚਾਰ ਕਰਦੇ ਨੇ, ਆਪਣੀ ਧਰਮਸ਼ਾਲਾ ਬਣਾਉਂਦੇ ਹਨ, ਤੇ ਉਸ ਸਥਾਨ ਤੇ ਸਤਿਗੁਰੂ ਜੀ ਰੋਜ਼ ਅੰਮ੍ਰਿਤ ਵੇਲੇ ਜਪਜੀ ਦਾ ਪਾਠ ਕਰਨਾ, ਆਸਾ ਦੀ ਵਾਰ ਦਾ ਕੀਰਤਨ ਕਰਨਾ, ਸ਼ਾਮ ਨੂੰ ਸੋਦਰ ਦਾ ਪਾਠ ਕਰਨਾ ਅਤੇ ਨਾਲ ਆਰਤੀ ਦਾ ਪਾਠ ਕਰਨਾ। ਜੋ ਸਤਿਗੁਰੂ ਜੀ ਦੀ ਬਾਣੀ ਸੀ ਉਹਦਾ 2 ਵੇਲੇ ਦੀਵਾਨ ਸਜਾਇਆ ਜਾਂਦਾ ਸੀ, ਸੰਗਤ ਆਉਂਦੀ ਸੀ ਅੰਮ੍ਰਿਤ ਵੇਲੇ ਵੀ, ਸ਼ਾਮ ਨੂੰ ਵੀ, ਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਨੂੰ ਸੁਣਨਾ, ਗੁਰਬਾਣੀ ਨੂੰ ਸੁਣ ਕੇ ਨਿਹਾਲ ਹੋਣਾ, ਗੁਰੂ ਦੀ ਸਿੱਖਿਆ ਨੂੰ ਲੈਣਾ। ਤੇ ਭਾਈ ਰਤਨ ਸਿੰਘ ਜੀ ਕਹਿੰਦੇ ਇਹ ਰੀਤ ਗੁਰੂ ਨਾਨਕ ਪਾਤਸ਼ਾਹ ਜੀ ਨੇ ਚਲਾਈ ਸੀ, ਜਿਹਦੀ ਗਵਾਹੀ ਭਾਈ ਗੁਰਦਾਸ ਜੀ ਭਰਦੇ ਹਨ। ਸੋਦਰ ਆਰਤੀ ਗਾਵੀ ਹੈ, ਅੰਮ੍ਰਿਤ ਵੇਲੇ ਜਾਪ ਉਚਾਰਾ। ਇਸੇ ਤਰੀਕੇ ਨਾਲ ਜਦੋਂ ਜੋਤ ਗੁਰੂ ਅੰਗਦ ਪਾਤਸ਼ਾਹ ਵਿੱਚ ਆਈ ਤਾਂ ਫਿਰ ਖਡੂਰ ਸਾਹਿਬ ਦੀ ਧਰਤੀ ਤੇ ਗੁਰੂ ਅੰਗਦ ਪਾਤਸ਼ਾਹ 2 ਟਾਈਮ ਦਰਬਾਰ ਸਜਾਉਂਦੇ ਹਨ। ਜਦੋਂ ਉਹ ਜੋਤ ਗੁਰੂ ਅਮਰਦਾਸ ਪਾਤਸ਼ਾਹ ਵਿੱਚ ਆਈ ਤੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਇਹ ਰੀਤ, ਇਹ ਪਰੰਪਰਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਵੱਲੋਂ ਚਲਾਏ ਹੋਏ ਉਹਨੂੰ ਜਾਰੀ ਰੱਖਦੇ ਹਨ। ਇਸੇ ਤਰੀਕੇ ਨਾਲ 10 ਜਾਮਿਆਂ ਤੱਕ ਜਦੋਂ ਜੋਤ ਵਿਚਰਦੀ ਹੈ ਤਾਂ 10 ਜਾਮਿਆਂ ਤੱਕ ਇਹ ਰੀਤ ਰਹੀ, ਤੇ ਇਸ ਰੀਤ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਖਾਲਸੇ ਨੂੰ ਦਿੱਤਾ, ਤੇ ਖਾਲਸਾ ਅੱਜ ਤੱਕ ਜਿਹੜਾ ਇਸ ਰੀਤ ਨੂੰ ਨਿਭਾ ਰਿਹਾ ਹੈ। ਕਿਉਂਕਿ ਜਿੱਥੇ ਜਿੱਥੇ ਵੀ ਸਾਡੇ ਧਾਰਮਿਕ ਸਥਾਨ ਗੁਰਦੁਆਰੇ ਬਣੇ ਹਨ, ਬਹੁਤਾਤ ਦੇ ਵਿੱਚ ਬਹੁਤ ਘੱਟ ਗੁਰਦੁਆਰੇ ਉਹ ਹਨ ਜਿਨ੍ਹਾਂ ਦੇ ਵਿੱਚ ਅੰਮ੍ਰਿਤ ਵੇਲੇ ਜਾਂ ਸ਼ਾਮ ਨੂੰ ਕੀਰਤਨ ਨਹੀਂ ਹੁੰਦਾ, ਪਰ ਨਿਤਨੇਮ ਜਿਹੜਾ ਉਹ 2 ਟਾਈਮ ਹੁੰਦਾ ਹੈ। ਇਹ ਤੇ ਅੰਮ੍ਰਿਤ ਬਹੁਤਾਤ ਦੇ ਵਿੱਚ ਜਿਹੜਾ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਕੀਤਾ ਜਾਂਦਾ ਹੈ, ਸ਼ਾਮ ਨੂੰ ਕੀਰਤਨ ਦੇ ਸੋਦਰ ਦੀ ਚੌਕੀ ਲੱਗਦੀ ਹੈ। ਬਾਕੀ ਇਸ ਰੀਤ ਨੂੰ ਸਿੱਖ ਜਿਹੜੇ ਅੱਜ ਤੱਕ ਸਾਂਭ ਕੇ ਬੈਠੇ ਹਨ, ਅੱਜ ਤੱਕ ਨਿਭਾ ਰਹੇ ਹਨ। ਤੇ 18ਵੀਂ ਸਦੀ ਦੇ ਵਿੱਚ ਜਦੋਂ ਸਿੱਖਾਂ ਨੂੰ ਮੌਕਾ ਮਿਲਦਾ ਸੀ, ਦਰਬਾਰ ਸਜਾਉਂਦੇ ਸਨ, ਤੇ ਕੌੜਾ ਮੱਲ ਇਸ ਦਰਬਾਰ ਦੇ ਵਿੱਚ ਹਾਜ਼ਰੀ ਭਰਦਾ, ਰਹਿ ਰਾਸ ਸੁਣੇ ਔਰ ਸੁਣੇ ਅਰਦਾਸ। ਰਹਿ ਰਾਸ ਦੇ ਪਾਠ ਨੂੰ ਸੁਣਨਾ, ਜਿਹਨੂੰ ਆਪਾਂ ਸੋਦਰ ਦਾ ਪਾਠ ਕਹਿੰਦੇ ਹਾਂ, ਅਤੇ ਉਪਰੰਤ ਅਰਦਾਸ ਦੇ ਵਿੱਚ ਸ਼ਾਮਿਲ ਹੋਣਾ। ਨਿਤ ਰੋਜ਼ ਦੇ ਖਾਲਸੇ ਪਾਸ, ਨਿਤ ਰੋਜ਼ ਦੇ ਖਾਲਸੇ ਪਾਸ। ਜਦੋਂ ਵੀ ਇਹਨੇ ਜਾਣਾ ਤੇ ਆਪਣੇ ਵੱਲੋਂ ਰਸਤਾ ਬਸਤਾ ਜਿਹੜੀਆਂ ਖਾਲਸੇ ਦੇ ਅੱਗੇ ਭੇਟਾ ਕਰਨੀਆਂ, ਕਿਉਂਕਿ ਪਤਾ ਸੀ ਕਿ ਇਹ ਖਾਲਸਾ ਜਿਹੜਾ ਵਾ ਇਹਨਾਂ ਨੂੰ ਭੇਟਾ ਨੂੰ ਦੇਣਾ ਜਿਹੜਾ ਬਹੁਤ ਜ਼ਰੂਰੀ ਹੈ। ਖਾਲਸੇ ਦੇ ਕੋਲ ਹੋਰ ਕੋਈ ਸਾਧਨ ਨਹੀਂ ਕਿ ਉਹ ਜਿਹੜਾ ਕਮਾਈ ਕਰਕੇ ਆਪਣਾ ਜੀਵਨ ਦਾ ਨਿਰਵਾਹ ਚਲਾ ਸਕੇ, ਤੇ ਕੌੜੇ ਮੱਲ ਜੀ ਦਰਬਾਰ ਦਾ ਵਜ਼ੀਰ ਹੋਣ ਕਰਕੇ ਉਹ ਤੋਂ ਰਸਤਾ ਖੁੱਲੀਆਂ ਸਨ, ਜਿਸ ਕਰਕੇ ਆਪਣੀ ਸ਼ਰਧਾ ਭਾਵਨਾ ਦੇ ਨਾਲ ਉਹ ਬਹੁਤ ਜਿਹੜੀਆਂ ਭੇਟਾਵਾਂ ਖਾਲਸੇ ਦੇ ਅੱਗੇ ਰੱਖ ਦਿੰਦਾ ਸੀ, ਤੇ ਖਾਲਸਾ ਉਹਨਾਂ ਭੇਟਾਵਾਂ ਨੂੰ ਪ੍ਰਵਾਨ ਕਰਦਾ ਸੀ। ਲੈ ਆਗਿਆ ਪਾਸ ਸਿੰਘਨ ਬਹੇ, ਲੈ ਆਗਿਆ ਪਾਸ ਸਿੰਘਨ ਬਹੇ, ਤੇ ਆਗਿਆ ਲੈ ਕੇ ਖਾਲਸੇ ਦੇ ਦਰਬਾਰ ਦੇ ਵਿੱਚ ਵੀ ਬੈਠਾ ਹੈ। ਫਤਿਹ ਵਾਹਿਗੁਰੂ ਮੁਖ ਤੇ ਕਹੇ, ਫਤਿਹ ਵਾਹਿਗੁਰੂ ਮੁਖ ਤੇ ਬਹੈ। ਜਦੋਂ ਫਤਿਹ ਬੁਲਾਉਣੀ ਆਪਣੇ ਮੁਖ ਦੇ ਉੱਤੋਂ ਖਾਲਸੇ ਦੀ ਗੁਰੂ ਗੋਬਿੰਦ ਸਿੰਘ ਦੁਆਰਾ ਬਖਸ਼ੀ ਹੋਈ ਫਤਿਹ ਨੂੰ ਵੀ ਆਪਣੇ ਮੂੰਹ ਦੇ ਵਿੱਚੋਂ ਬੋਲਦਾ ਹੈ। ਕਹੇ ਸਿੰਘਨ ਹਮ ਗੁਰ ਕੀ ਆਸ, ਕਹੇ ਸਿੰਘਨ ਹਮ ਗੁਰ ਕੀ ਆਸ। ਤੇ ਇਹ ਬਚਨ ਕਹਿੰਦਾ ਹੈ ਕੌੜਾ ਮੱਲ, ਖਾਲਸਾ ਜੀ ਮੈਨੂੰ ਗੁਰੂ ਦੀ ਆਸ ਹੈ, ਮੈਨੂੰ ਖਾਲਸੇ ਦਾ ਭਰੋਸਾ ਹੈ, ਮੈਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੀ ਵਿਚਾਰ ਧਾਰਾ ਤੇ ਹੀ ਯਕੀਨ ਹੈ। ਸ਼ਾਨਵਾਜ ਫੜ ਲਿਆਉ ਪਾਸ, ਸ਼ਾਨਵਾਜ ਫੜ ਲਿਆਉ ਪਾਸ। ਜਿਸ ਵਕਤ ਇਹ ਕੌੜਾ ਮੱਲ ਗੱਲਬਾਤ ਕਰਨ ਵਾਸਤੇ ਆਇਆ, ਤੇ ਕੌੜਾ ਮੱਲ ਜੀ ਕਹਿੰਦੇ ਖਾਲਸਾ ਜੀ ਤੁਹਾਡੀ ਮਦਦ ਦੇ ਨਾਲ ਸ਼ਾਨਵਾਜ ਨੂੰ ਗ੍ਰਿਫਤਾਰ ਕਰਨਾ ਹੈ, ਤੇ ਗ੍ਰਿਫਤਾਰ ਕਰਕੇ ਮੀਰ ਮੰਨੂ ਦੇ ਅੱਗੇ ਪੇਸ਼ ਕਰਨਾ ਹੈ, ਤੇ ਮੀਰ ਮੰਨੂ ਆਪਣੇ ਢੰਗ ਤਰੀਕੇ ਨਾਲ ਉਹਨੂੰ ਸਜ਼ਾ ਦੇਵੇਗਾ, ਮਾਰਨਾ ਹੋਵੇਗਾ ਮਾਰ ਦੇਵੇਗਾ, ਜੇਲ੍ਹ 'ਚ ਬੰਦ ਕਰਨਾ ਹੋਵੇਗਾ ਜੇਲ੍ਹ 'ਚ ਬੰਦ ਕਰ ਦੇਵੇਗਾ।
ਹੱਥ ਪੈਰ ਤੋੜਦੇ ਹੋਣਗੇ, ਹੱਥ ਪੈਰ ਤੋੜ ਦੇਵੇਗਾ, ਇਹ ਉਹਦੀ ਮਰਜ਼ੀ ਹੈ, ਕਿਉਂਕਿ ਉਹ ਮੌਕੇ ਦਾ ਹਾਕਮ ਹੈ। ਤੁਹਾਡੀ ਮਦਦ ਦਾ ਬਸ ਅਸੀਂ ਉਹਨੂੰ ਗ੍ਰਿਫਤਾਰ ਕਰਕੇ ਵੀਰ ਮਨੂ ਦੇ ਅੱਗੇ ਪੇਸ਼ ਕਰਨਾ ਹੈ। ਤਬ ਖਾਲਸੇ ਬਚਨ ਪਲਟਾਇਆ, ਤਬ ਖਾਲਸੇ ਬਚਨ ਪਲਟਾਇਆ। ਭਾਈ ਰਤਨ ਸਿੰਘ ਜੀ ਕਹਿੰਦੇ ਕੌੜਾ ਮੱਲ ਦੇ ਇਸ ਬਚਨ ਨੂੰ ਖਾਲਸੇ ਨੇ ਪਲਟਾ ਦਿੱਤਾ, ਭਾਵ ਕਿ ਉੱਤਰ ਦਿੱਤਾ ਹੈ। ਉੱਤਰ ਦਿੰਦਿਆਂ ਹੋਇਆਂ ਖਾਲਸਾ ਕਹਿੰਦਾ ਹੈ ਕੌੜਾ ਮੱਲ ਜੀ, ਤੁਸੀਂ ਖਾਲਸੇ ਕੋਲ ਮਦਦ ਲੈਣ ਵਾਸਤੇ ਆਏ, ਖਾਲਸਾ ਮਦਦ ਜ਼ਰੂਰ ਕਰੇਗਾ, ਪਰ ਆਹ ਗੱਲ ਜਿਹੜੀ ਤੁਸੀਂ ਹੁਣ ਕਹੀ ਹੈ, ਇਸ ਗੱਲ ਨੂੰ ਖਾਲਸਾ ਜਿਹੜਾ ਕਦੀ ਪ੍ਰਵਾਨ ਨਹੀਂ ਕਰੇਗਾ। ਖਾਲਸਾ ਮਦਦ ਵਾਸਤੇ ਜ਼ਰੂਰ ਆਵੇਗਾ, ਪਰ ਆਹ ਤੁਹਾਡੀ ਗੱਲ ਜਿਹੜੀ ਹੈ ਸ਼ਾਹ ਨਵਾਜ਼ ਨੂੰ ਗ੍ਰਿਫਤਾਰ ਕਰਕੇ ਮੀਰ ਮਨੂੰ ਅੱਗੇ ਪੇਸ਼ ਕਰਨਾ, ਇਹ ਗੱਲ ਸਾਨੂੰ ਪ੍ਰਵਾਨ ਨਹੀਂ ਹੈ। ਅਸੀਂ ਜਿਹੜਾ ਖਾਲਸਾ ਜਿਹੜਾ ਹੈ ਮੀਰ ਮਨੂੰ ਦੇ ਅੱਗੇ ਪੇਸ਼ ਨਹੀਂ ਕਰੇਗਾ ਸ਼ਾਹ ਨਵਾਜ਼ ਨੂੰ, ਬਲਕਿ ਮੁਲਤਾਨ ਦੀ ਧਰਤੀ ਤੇ ਉਹਨੂੰ ਮਾਰ ਦੇਵੇਗਾ, ਤੇ ਮਾਰਨ ਤੋਂ ਬਾਅਦ ਉਹਦਾ ਸਿਰ ਵੱਢ ਦਵਾਂਗੇ। ਹਾਂ, ਉਸ ਤੋਂ ਬਾਅਦ ਤੁਸੀਂ ਉਹਦੀ ਜਿਹੜੀ ਸਰੀਰ ਦਾ ਜੋ ਕਰਨਾ ਹੋਇਆ ਉਹ ਕਰ ਸਕਦੇ ਜੀ, ਪਰ ਜੇ ਇਹ ਕਹੋ ਕਿ ਉਹਨੂੰ ਜਿੰਦਿਆਂ ਫੜ ਕੇ ਗ੍ਰਿਫਤਾਰ ਕਰਕੇ ਤੁਹਾਡੇ ਅੱਗੇ ਪੇਸ਼ ਕੀਤਾ ਜਾਵੇ ਜਾਂ ਮੀਰ ਮਨੂੰ ਅੱਗੇ ਪੇਸ਼ ਕੀਤਾ ਜਾਵੇ, ਇਹ ਗੱਲ ਪ੍ਰਵਾਨ ਨਹੀਂ। ਹੁਣ ਤੁਹਾਡੀ ਮਰਜ਼ੀ ਹੈ, ਜੇ ਮਦਦ ਲੈਣੀ ਹੈ ਤਾਂ ਅਸੀਂ ਸ਼ਾਹ ਨਵਾਜ਼ ਨੂੰ ਮਾਰਾਂਗੇ, ਉਹਨੂੰ ਜਿੰਦਾ ਗ੍ਰਿਫਤਾਰ ਨਹੀਂ ਕਰਾਂਗੇ ਤੇ ਨਾ ਜਿੰਦਾ ਜਿਹੜਾ ਮੀਰ ਮਨੂੰ ਅੱਗੇ ਤੱਕ ਆਉਣ ਦਵਾਂਗੇ, ਅਸੀਂ ਉਹਨੂੰ ਮਾਰ ਦਵਾਂਗੇ, ਖਤਮ ਕਰ ਦਵਾਂਗੇ। ਇਸ ਮਦਦ ਉੱਤੇ ਤੁਹਾਡੇ ਜਾ ਸਕਦੇ ਹਾਂ, ਇਹਨਾਂ ਬਚਨਾਂ ਕਰਕੇ ਅਸੀਂ ਮਦਦ ਕਰ ਸਕਦੇ ਹਾਂ। ਜੇ ਪ੍ਰਵਾਨ ਜੇ ਤੇ ਵੇਖ ਲਵੋ ਅਸੀਂ ਆ ਜਾਣੇ, ਅੱਜ ਨਹੀਂ ਪ੍ਰਵਾਨ ਤਾਂ ਫਿਰ ਅਸੀਂ ਤੇ ਆਪਣੇ ਦੁਸ਼ਮਣ ਨੂੰ ਮਾਰ ਹੀ ਲੈਣਾ ਹੈ, ਕਿਉਂਕਿ ਖਾਲਸਾ ਆਪਣੇ ਦੁਸ਼ਮਣ ਨੂੰ ਕਦੀ ਛੱਡਦਾ ਨਹੀਂ। ਸ਼ਾਹ ਨਵਾਜ਼ ਨੂੰ ਕਹਿੰਦੇ ਫੜ ਕੇ ਅਸੀਂ ਜਿਹੜਾ ਜਿੰਦਾ ਫੜਾਂਗੇ ਨਹੀਂ, ਉਹਨੂੰ ਮਾਰ ਦਵਾਂਗੇ। ਖਤਬ ਖਾਲਸੇ ਬਚਨ ਪਲਟਾਇਆ, ਇਹ ਗੱਲ ਨੂੰ ਪਲਟਵਾ ਜਵਾਬ ਦਿੰਦਿਆਂ ਹੋਇਆ ਕੌੜਾ ਮੱਲ ਨੂੰ ਸਿੱਖਾਂ ਨੇ ਜਵਾਬ ਦੇ ਦਿੱਤਾ, ਹਮ ਚਾਹਤ ਉਸ ਮਾਰ ਗਵਾਇਆ, ਹਮ ਚਾਹਤ ਉਸ ਮਾਰ ਗਵਾਇਆ। ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਅਜਿਹਾ ਬੰਦਾ ਜਿਨੇ ਦੁਨੀਆ ਉੱਤੇ ਅਤਿਆਚਾਰ ਕੀਤਾ ਹੋਵੇ, ਜਿਨੇ ਕਈ ਵਿਦੋਸ਼ੀਆਂ ਨੂੰ ਮਾਰਿਆ ਹੋਵੇ, ਉਹਨੂੰ ਜਿਹੜਾ ਜੀਣ ਦਾ ਹੱਕ ਕੋਈ ਨਹੀਂ, ਉਹਨੂੰ ਮੌਤ ਦੇ ਘਾਟ ਹੀ ਉਤਾਰਨਾ ਚਾਹੀਦਾ ਹੈ। ਅਜਿਹੇ ਬੰਦੇ ਨੂੰ ਮਾਰਨਾ ਹੀ ਚਾਹੀਦਾ ਹੈ, ਤੇ ਅਸੀਂ ਉਹਨੂੰ ਮਾਰ ਦਵਾਂਗੇ, ਅਸੀਂ ਉਹਨੂੰ ਖਤਮ ਕਰ ਦਵਾਂਗੇ। ਤੇ ਕੌੜਾ ਮੱਲ ਇਸ ਗੱਲ ਨੂੰ ਪ੍ਰਵਾਨ ਕਰਦਾ ਹੈ। ਫਿਰ ਕਿਵੇਂ ਖਾਲਸਾ ਮੁਲਤਾਨ ਦੀ ਧਰਤੀ ਤੇ ਜਾ ਕੇ ਕੌੜਾ ਮੱਲ ਜੀ ਦੀ ਮਦਦ ਕਰਦਾ ਹੈ ਅਤੇ ਸ਼ਾਹ ਨਵਾਜ਼ ਨੂੰ ਸੋਧਾ ਲਾਉਂਦਾ ਹੈ, ਉਹ ਵਿਚਾਰ ਆਪਾਂ ਕੱਲ ਨੂੰ ਕਰਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋਈਆਂ ਨੇ, ਗੁਰੂ ਅਤੇ ਸੰਗਤ ਬਖਸ਼ਣਹਾਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ।